ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਸੁਨੀਲ ਕੁਮਾਰ ਤੇ ਗੱਲ ਕਰਾਂਗੇ ਅੱਜ ਰੂਸ ਤੇ ਯੂਕਰੇਨ ਦੀ ਤੇ ਮੇਰੇ ਨਾਲ ਮੌਜੂਦ ਨੇ ਕਰਨਲ ਦਰਸ਼ਨ ਢਿੱਲੋਂ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਗਬਾਣੀ ਟੀਵੀ ਤੇ। हाँ जी, थैंक यू। ਢਿੱਲੋਂ ਸਾਹਿਬ, ਮਸਲਾ ਕਾਫੀ ਗਰਮਾ ਗਿਆ ਹੈ, ਕਾਫੀ ਦਿਨ ਹੋ ਗਏ, ਉਮੀਦਾਂ ਸੀਗੀਆਂ ਸਭ ਚੰਗਾ ਹੋ ਜਾਏਗਾ। ਹਾਲਾਤ ਜਿਹੜੇ ਕਹਿੰਦੇ ਨੇ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਸਲਾਹਾਂ ਵੱਖੋ ਵੱਖਰੇ ਤਰੀਕੇ ਨਾਲ ਜਿਹੜੀਆਂ ਹਰ ਪਾਸਿਓਂ ਦੇ ਰਹੀਆਂ, ਲੇਕਿਨ ਚਿੰਤਾ ਦਾ ਵਿਸ਼ੇ ਸਭ ਤੋਂ ਪਹਿਲਾਂ ਭਾਰਤੀਆਂ ਲਈ, ਜਿਹੜੇ ਉੱਥੇ ਵਿਦਿਆਰਥੀ ਬੈਠੇ ਹਨ, ਜਿਹੜੇ ਉੱਥੇ ਭਾਰਤ ਦੇ ਲੋਕ ਹਨ, ਜਿਨ੍ਹਾਂ ਦੇ ਆਉਣ ਦੀ ਉਡੀਕ ਉਹਨਾਂ ਦੇ ਘਰ ਵਾਲੇ ਕਰ ਰਹੇ ਹਨ। ਤੇ ਕੀ ਲੱਗਦਾ ਭਾਰਤ ਨੂੰ ਕੀ ਸਟੈਪ ਲੈਣਾ ਚਾਹੀਦਾ? देखो किते ना किते ਅਸੀਂ ਥੋੜੀ ਜੀ ਇਹਦੇ ਚ ਦੇਰੀ ਕਰ ਗਿਆ ਕਿਉਂਕਿ ਸਾਨੂੰ ਪਤਾ ਹੈ ਕਿ 25,000 ਦੇ ਕਰੀਬ ਭਾਰਤੀ ਉੱਥੇ ਯੂਕਰੇਨ 'ਚ ਸੀ। ਜ਼ਿਆਦਾਤਰ ਮੈਡੀਕਲ ਸਟੂਡੈਂਟ ਨੇ ਕਿਉਂਕਿ ਮੈਡੀਕਲ ਐਜੂਕੇਸ਼ਨ ਦੀ ਹੱਬ ਹੈ ਯੂਕਰੇਨ। ਔਰ ਜਿਹੜੀ ਐਮਬੀਬੀਐਸ ਡਿਗਰੀ ਉੱਥੇ 25-30 ਲੱਖ ਚ ਹੋ ਜਾਂਦੀ ਹੈ, ਇੰਡੀਆ 'ਚ ਤਕਰੀਬਨ 1 ਕਰੋੜ ਚ ਹੁੰਦੀ ਹੈ। ਤੇ ਇਸ ਕਰਕੇ ਕਾਫੀ ਸਟੂਡੈਂਟ ਇੰਡੀਆ ਤੋਂ ਐਮਬੀਬੀਐਸ ਕਰਨ ਵਾਸਤੇ ਜਾਂਦੇ ਨੇ। ਹਾਲਾਂਕਿ ਜਦੋਂ ਪਹਿਲਾਂ ਫਲਾਈਟਾਂ ਚਲਾਉਣ ਦੀ ਇਹ ਸ਼ੁਰੂਆਤ ਕੀਤੀ ਗਈ ਤੇ ਇੱਕ ਦਿਨ ਹੀ ਫਲਾਈਟਾਂ ਚੱਲ ਪਈਆਂ ਤੇ ਉਸ ਤੋਂ ਪਹਿਲਾਂ 에ਅਰ ਸਪੇਸ ਖੁੱਲਾ ਸੀ, ਫਲਾਈਟਾਂ ਵੀ ਚੱਲ ਰਹੀਆਂ ਸੀ, 에ਅਰਪੋਰਟ ਵੀ ਖੁੱਲੇ ਸੀ। ਉਸ ਵੇਲੇ ਥੋੜੀ ਦੇਰੀ ਹੋਈ ਤੇ ਸਿਰਫ ਅਸੀਂ ਇੱਕੋ ਹੀ ਫਲਾਈਟ ਕੱਢ ਸਕੇ। ਉਸ ਤੋਂ ਬਾਅਦ ਰਸ਼ੀਆ ਅੰਦਰ ਆ ਗਿਆ ਯੂਕਰੇਨ ਦੇ ਔਰ ਹੁਣ ਉਹਨਾਂ ਨੇ 에ਅਰਪੋਰਟ ਵਗੈਰਾ ਸਾਰੇ ਆਪਦੇ ਕਬਜ਼ੇ 'ਚ ਲੈ ਲਏ ਨੇ। 에ਅਰ ਸਪੇਸ ਬੰਦ ਹੋ ਗਿਆ। ਹੁਣ ਉੱਥੋਂ ਕੱਢਣਾ ਜਿਹੜਾ ਬੜਾ ਮੁਸ਼ਕਿਲ ਕੰਮ ਹੈ ਕਿਉਂਕਿ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਵੀ ਤੁਸੀਂ ਟ੍ਰੇਨਾਂ 'ਚ ਚਲੇ ਜਾਓ, ਬੱਸਾਂ 'ਚ ਚਲੇ ਜਾਓ ਔਰ ਦੂਸਰੇ ਕਿਸੇ ਕੰਟਰੀ 'ਚ ਪਹੁੰਚ ਜਾਓ, ਉੱਥੋਂ ਤੁਹਾਨੂੰ ਕੱਢ ਲਿਆ ਜਾਵੇਗਾ। ਹੁਣ ਟ੍ਰੇਨਾਂ ਵੀ ਰਸਤੇ 'ਚ ਖੜੀਆਂ ਨੇ ਔਰ ਬਾਰਡਰ ਤੇ ਵੀ ਬਹੁਤ ਸਾਰੇ ਸਟੂਡੈਂਟ ਪਹੁੰਚ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਖੜੇ ਨੇ। ਦੂਸਰਾ ਕੰਟਰੀ ਉਹਨਾਂ ਨੂੰ ਪੋਲੈਂਡ ਵਗੈਰਾ ਵੜਨ ਨਹੀਂ ਦੇ ਰਿਹਾ ਕਿਉਂਕਿ ਕੁਝ ਪ੍ਰੋਸੀਜਰਲ ਪ੍ਰੋਬਲਮਸ ਨੇ। ਔਰ ਵੈਸੇ ਵੀ ਜੋ ਇਸ ਤਰ੍ਹਾਂ ਪੈਦਲ ਚੱਲਣਾ ਜਾਂ ਬੱਸਾਂ 'ਚ ਚੱਲਣਾ 300-400 ਕਿਲੋਮੀਟਰ ਦਾ ਸਫ਼ਰ ਕਰਨਾ ਬਹੁਤ ਹੀ ਇੱਕ ਰਿਸਕੀ ਅਫੇਅਰ ਹੈ। ਇਸ ਕਰਕੇ ਬੜਾ ਖਤਰਾ ਹੈ ਉਸ ਤਰ੍ਹਾਂ ਦੇ ਮਾਹੌਲ 'ਚ ਟਰੈਵਲ ਕਰਨ ਦਾ। ਤੇ ਵਾਜਬ ਹੈ ਕਿ ਟੈਨਸ਼ਨ ਤਾਂ ਉਹਨਾਂ ਦੇ ਪੇਰੈਂਟਸ ਤੇ ਹੋਏਗੀ ਕਿਉਂਕਿ ਸਟੂਡੈਂਟ ਫਸੇ ਹੋਏ ਨੇ, ਏਟੀਐਮ ਬੰਦ ਹੋ ਗਏ ਨੇ, ਪੈਟਰੋਲ ਦੀ ਸ਼ਾਰਟੇਜ ਨੇ ਤੇ ਪੈਸੇ ਵੀ ਨਹੀਂ ਹੈ, ਬੱਚਿਆਂ ਕੋਲੇ ਖਾਣ ਪੀਣ ਦਾ ਸਮਾਨ ਵੀ ਨਹੀਂ ਹੈ ਤੇ ਬਾਹਰ ਨਿਕਲਣਾ ਵੀ ਰਿਸਕੀ ਹੈ। ਤੇ ਇਸੇ ਹਾਲਾਤ ਵਿੱਚ ਸਾਨੂੰ ਆਪਦੇ ਭਾਰਤੀਆਂ ਨੂੰ ਕੱਢਣਾ ਇੱਕ ਮੁਸ਼ਕਿਲ ਕੰਮ ਹੈ। ਟਿਕਟ ਵੀ ਮਹਿੰਗੀ ਹੋ ਗਈ ਹੈ ਕਿਉਂਕਿ ਹਵਾਈ ਜਹਾਜ਼ ਘੁੰਮ ਕੇ ਜਾ ਰਹੇ ਨੇ, ਇੱਧਰੋਂ ਤਕਰੀਬਨ ਖਾਲੀ ਜਾਂਦੇ ਨੇ ਔਰ ਉਧਰੋਂ ਹੀ ਸਵਾਰੀਆਂ ਲੈਣੀਆਂ ਨੇ। ਲੰਬਾ ਰੂਟ ਵੀ ਪੈਂਦਾ ਹੈ, ਯੂਕਰੇਨੀਅਨ 에ਅਰ ਸਪੇਸ ਬੰਦ ਹੈ। ਇਸ ਕਰਕੇ ਬੜਾ ਇੱਕ ਮੁਸ਼ਕਿਲ ਕੰਮ ਹੈ ਜੀ ਤੇ ਭਾਰਤ ਸਰਕਾਰ ਨੂੰ ਹੋਰ ਤੇਜ਼ੀ ਲਿਆਉਣੀ ਚਾਹੀਦੀ ਹੈ। ਹਾਂ, ਕਈ ਥਾਵਾਂ ਤੇ ਇੰਟਰਨੈਟ ਵੀ ਬੰਦ ਆ, ਉਹਦੇ ਲਈ ਵੀ ਖੈਰ ਕੋਸ਼ਿਸ਼ਾਂ ਤਾਂ ਹੁਣ ਵੱਖ-ਵੱਖ ਜਿਹੜੇ ਮੁਲਕਾਂ ਦੇ ਜਿਹੜੇ ਐਕਸਪਰਟ ਨੇ ਉਹ ਕਰ ਰਹੇ ਨੇ ਕਿ ਉੱਥੇ ਇੰਟਰਨੈਟ ਬਹਾਲ ਕੀਤਾ ਜਾਵੇ। ਤੇ ਦੂਜੇ ਪਾਸੇ ਮੈਂ ਸਭ ਤੋਂ ਵੱਡੀ ਗੱਲ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਫੌਜ ਦੇ ਵਿੱਚ ਕਾਫੀ ਲੰਮਾ ਸਮਾਂ ਰਹੇ ਹੋ, ਵੱਖ-ਵੱਖ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਬੰਬਾਰੀ ਦੇ ਐਕਸਪਰਟ ਦੇ ਤੌਰ ਤੇ ਵੀ ਤੁਸੀਂ ਕੰਮ ਕੀਤਾ, ਆਪਣੀਆਂ ਸੇਵਾਵਾਂ ਮੁਲਕ ਲਈ ਦਿੱਤੀਆਂ ਹਨ ਤੇ ਉਹਨਾਂ ਸੇਵਾਵਾਂ ਤੋਂ ਇੱਕ ਚੀਜ਼ ਅਨੁਭਵ ਹੁੰਦਾ ਤੇ ਜੋ ਅੱਜ ਤਸਵੀਰਾਂ ਯੂਕਰੇਨ ਦੇ ਵਿੱਚੋਂ ਆ ਰਹੀਆਂ ਨੇ, ਰੂਸ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਆ ਤੇ ਜਿਹੜੀ ਗੋਲਾ ਬਾਰੂਦ ਉੱਥੇ ਇਸਤੇਮਾਲ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਪਤਾ ਉੱਥੇ ਸਾਰਿਆਂ ਨੂੰ ਪਤਾ ਪਰਮਾਣੂ ਸ਼ਰਯੰਤਰ ਵੀ ਆ ਤੇ ਇਹੋ ਦੇ ਵਿੱਚ ਇਹੋ ਜਿਹੀ ਬੰਬਾਰੀ ਕਿੰਨੀ ਕੀ ਘਾਤਕ ਹੋ ਸਕਦੀ ਹੈ? ਦੇਖੋ ਬੰਬਾਰੀ ਤਾਂ ਘਾਤਕ ਹੀ ਹੁੰਦੀ ਹੈ ਕਿਉਂਕਿ ਬੰਬ ਕਦੇ ਵੀ ਕੋਈ ਟਾਰਗੇਟ ਨੂੰ ਡਿਫਰੈਂਸ਼ੀਏਟ ਨਹੀਂ ਕਰਦਾ। ਬੰਬ ਥੋੜਾ ਬਹੁਤ ਮਿਸਕੈਲਕੂਲੇਸ਼ਨ ਵੀ ਹੋ ਜਾਂਦੀ ਹੈ ਜਦੋਂ ਬੰਬ ਫਾਇਰ ਕੀਤਾ ਜਾਂਦਾ ਤੇ ਨਾਲ ਦੀ ਬਿਲਡਿੰਗ ਤੇ ਵੀ ਗਿਰ ਸਕਦਾ ਹੈ। ਹਾਲਾਂਕਿ ਰਸ਼ੀਆ ਪੂਰਾ ਕੋਸ਼ਿਸ਼ ਕਰ ਰਿਹਾ ਕਿ ਸਿਰਫ ਮਿਲਟਰੀ ਟਾਰਗੇਟ ਨੂੰ ਹਿੱਟ ਕੀਤਾ ਜਾਵੇ ਔਰ ਉਹਨਾਂ ਦਾ ਜਿਹੜਾ ਲੜਨ ਦਾ ਪੋਟੈਂਸ਼ੀਅਲ ਹੈ ਉਹਨਾਂ ਨੂੰ ਖਤਮ ਕੀਤਾ ਜਾਵੇ। ਪਰ ਫਿਰ ਵੀ ਕੁਝ ਸ਼ੈੱਲ ਇੱਧਰ ਉੱਧਰ ਗਿਰਨਗੇ ਔਰ ਕੁਝ ਇੱਧਰ ਉੱਧਰ ਬੰਬਾਰੀ ਵੀ ਹੋਏਗੀ। ਇਹ ਜਿਹੜੇ ਨੁਕਸਾਨ ਨੇ ਉਹ ਕਿਸੇ ਵੀ ਜੰਗ ਵਿੱਚ ਅਕਸਰ ਹੋ ਜਾਂਦੇ ਨੇ ਕਿਸੇ ਪਾਰਟੀ ਵੱਲੋਂ ਵੀ। ਹੁਣ ਰਸ਼ੀਆ ਕੋਲੇ ਬੜੀ ਤਕੜੀ ਫੌਜ ਹੈ, ਯੂਕਰੇਨ ਕੋਲੇ ਉਨੀ ਫੌਜ ਨਹੀਂ ਹੈ। ਤਕਰੀਬਨ 2,50,000 ਉਹਨਾਂ ਕੋਲੇ ਫੌਜ ਹੈ ਜਿੱਥੋਂ ਕਿ 11-12 ਲੱਖ ਫੌਜ ਰਸ਼ੀਆ ਕੋਲੇ ਹੈ ਤੇ ਮੁਕਾਬਲਾ ਤਕਰੀਬਨ ਇੱਕ ਪਾਸੇ ਹੈ। ਔਰ ਬਹੁਤ ਜਲਦੀ ਮੈਨੂੰ ਲੱਗਦਾ ਵੀ ਉੱਥੇ ਇਹ ਜਲਦੀ ਮਸਲਾ ਖਤਮ ਹੋ ਜਾਏਗਾ ਕਿਉਂਕਿ ਹੁਣ ਜਿਹੜੀ ਰੂਸ ਦੀ ਫੌਜ ਹੈ ਉਹ ਕੀਵ ਜਿਹੜੀ ਕੈਪੀਟਲ ਹੈ ਉਹਦੇ ਚਾਰੋਂ ਤਰਫ ਪਹੁੰਚ ਗਈ ਹੈ, ਸ਼ਹਿਰ ਦੇ ਅੰਦਰ ਵੀ ਵੜ ਚੁੱਕੀ ਹੈ। ਔਰ ਇਹਦੇ 'ਚ ਇੱਕ ਚੰਗੀ ਗੱਲ ਜੋ ਅੱਜ ਆਈ ਹੈ ਕਿ ਹੁਣੇ ਥੋੜੀ ਦੇਰ ਪਹਿਲਾਂ ਵੀ ਜੋ ਯੂਕਰੇਨ ਦੇ ਰਾਸ਼ਟਰਪਤੀ ਨੇ ਜ਼ੈਲੈਂਸਕੀ ਤੇ ਉਹਨਾਂ ਨੇ ਗੱਲਬਾਤ ਕਰਨ ਦਾ ਜਿਹੜਾ ਉਹਨਾਂ ਦਾ ਸੱਦਾ ਸੀ ਉਹ ਕਬੂਲ ਕਰ ਰਿਹਾ ਤੇ ਆਬਜੈਕਸ਼ਨ ਇੱਕੋ ਹੀ ਹੈ ਕਿ ਅਸੀਂ ਬੇਲਾਰੂਸ 'ਚ ਨਹੀਂ ਕਰਾਂਗੇ, ਬਾਕੀ ਕਿਸੇ ਜਗ੍ਹਾ ਗੱਲਬਾਤ ਕਰਨ ਨੂੰ ਤਿਆਰ ਹਾਂ। ਕਿਉਂਕਿ ਹੁਣ ਸਿਚੁਏਸ਼ਨ ਇੱਥੇ ਪਹੁੰਚ ਗਈ ਹੈ ਕਿ ਜਿਸ ਚੀਜ਼ ਦੀ ਯੂਕਰੇਨ ਨੂੰ ਉਮੀਦ ਸੀ ਕਿ ਬਾਹਰੋਂ ਕੋਈ ਮਦਦ ਆਏਗੀ, ਬਾਹਰੋਂ ਮਦਦ ਹੁਣ ਬਿਲਕੁਲ ਸਾਫ਼ ਪਤਾ ਲੱਗਿਆ ਕਿ ਬਾਹਰੋਂ ਕੋਈ ਮਦਦ ਨਾ ਹੀ ਆ ਰਹੀ ਹੈ ਤੇ ਨਾ ਹੀ ਕੋਈ ਆਉਣ ਦੀ ਉਮੀਦ ਹੈ। ਕੁਝ ਕੱਲ ਮੈਂ ਪੜ੍ਹ ਰਿਹਾ ਸੀ ਵੀ ਇਹਨਾਂ ਨੂੰ ਹੈਲਮਟ ਚਾਹੀਦੇ ਸੀ, 1 ਲੱਖ ਹੈਲਮਟ ਇਹਨਾਂ ਨੇ ਜਰਮਨੀ ਤੋਂ ਮੰਗੇ ਔਰ ਸਿਰਫ 5,000 ਆਏ ਤੇ ਬਾਹਰੋਂ ਜਿਹੜੇ ਸਪੋਰਟ ਹੈ ਉਹ ਵਰਬਲ ਹੀ ਰਹਿ ਗਈ ਹੈ।
ਔਰ ਇੱਕ ਵੱਡਾ ਭਰੋਸਾ ਜਿਹੜਾ UN ਤੇ ਹੁੰਦਾ ਹੈ, ਯੂਨਾਈਟਿਡ ਨੇਸ਼ਨ ਕੋਈ ਸੈਂਕਸ਼ਨ ਲਾ ਕੇ ਕਿਸੇ ਕੰਟਰੀ ਨੂੰ ਰੋਕ ਸਕਦਾ ਹੈ। ਇੱਥੇ ਇੱਕ ਵੱਡਾ ਜੋ ਲਕੂਨਾ ਉਹ ਹੈ ਕਿ ਰਸ਼ੀਆ ਕੋਲੇ ਵੀਟੋ ਪਾਵਰ ਹੈ ਯੂਨਾਈਟਿਡ ਨੇਸ਼ਨ 'ਚ। ਇਸ ਕਰਕੇ ਜੋ ਯੂਨਾਈਟਿਡ ਨੇਸ਼ਨ ਵੀ ਹੈ ਉਹ ਵੀ ਅਸਮਰਥ ਹੈ ਕੋਈ ਆਪਦਾ ਡਿਸੀਜਨ ਇੰਪਲੀਮੈਂਟ ਕਰਨ ਤੋਂ। ਤੇ ਹੁਣ ਵੱਧ ਤੋਂ ਵੱਧ ਲੋੜ ਇਹ ਹੈ ਕਿ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਨਿਕਲੇ, ਕਿਉਂਕਿ ਯੂਕਰੇਨ ਜ਼ਿਆਦਾ ਦੇਰ ਟਿਕ ਨਹੀਂ ਸਕਦਾ ਔਰ ਨੁਕਸਾਨ ਜ਼ਿਆਦਾ ਹੋਏਗਾ। ਹੁਣ ਜੇ ਕੋਈ ਉਹਨਾਂ ਦੀ ਅੜੀ ਹੈ ਜਾਂ ਹੋਰ ਕੋਈ ਹੈ, ਉਹ ਚੀਜ਼ ਈਗੋ ਨੂੰ ਛੱਡ ਕੇ ਕਿ ਮੈਂ ਆਪਦੇ ਕੰਟਰੀ ਨੂੰ ਮਰਨ ਤੱਕ ਲੜਾਂ ਤੋਂ ਬਜਾਏ ਇਹ ਸੋਚਣਾ ਚਾਹੀਦਾ ਵੀ ਅਸੀਂ ਕੰਟਰੀ ਦਾ ਬਹੁਤ ਨੁਕਸਾਨ ਕਰਾ ਲਿਆ, ਹੁਣ ਸਾਨੂੰ ਕਿਸੇ ਨਾ ਕਿਸੇ ਸਮਝੌਤੇ ਦੇ ਤਹਿਤ ਇਸ ਚੋਂ ਬਾਹਰ ਨਿਕਲਣਾ ਚਾਹੀਦਾ, ਕਿਉਂਕਿ ਨੁਕਸਾਨ ਜਾਨੀ ਵੀ ਹੋਇਆ ਤੇ ਬਾਕੀ ਜੇ ਮਾਲੀ ਨੁਕਸਾਨ ਵੀ ਹੋਇਆ ਔਰ ਇਹ ਬੜਾ ਲੰਬਾ ਸਮਾਂ ਲੱਗ ਸਕਦਾ ਹੈ ਦੁਬਾਰਾ ਉਸ ਚੀਜ਼ ਨੂੰ ਰਿਸਟੋਰ ਕਰਨ ਤੇ। ਹਾਂ, ਵੈਸੇ ਵੀ ਆਮ ਲੋਕਾਂ ਨੇ ਜਿਹੜੇ ਤਸਵੀਰਾਂ ਆਈਆਂ ਨੇ ਉੱਥੋਂ ਦਿਆਂ ਨੇ ਹਥਿਆਰ ਚੱਕ ਲਏ ਨੇ ਫੌਜ ਦੇ ਨਾਲ, ਉਹ ਵੀ ਮੁੰਡਾ ਨਾਲ ਮੁੰਡਾ ਜੋੜ ਲੈਣ ਕੇ ਆਪਣੀ ਜਿਹੜੀ ਵਤਨ ਦੀ ਸੇਫਟੀ ਉਹ ਕਰ ਰਹੇ ਨੇ। ਪਰ ਦੂਜੇ ਪਾਸੇ ਜਿਹੜੇ UN ਦੀ ਤੁਸੀਂ ਗੱਲ ਕਹੀ, UN ਜਦੋਂ ਵੀ ਕੋਈ ਇਹੋ ਜਿਹਾ ਦੋ ਮੁਲਕਾਂ ਵਿੱਚ ਵਿਵਾਦ ਹੁੰਦਾ, ਕਿਸੇ ਮੁਲਕ ਦਾ ਹੋਵੇ, ਗਿਣਾਣਾ ਲੱਭਾ ਤਾਂ ਲਿਸਟ ਬੜੀ ਲੰਬੀ ਹੋ ਜਾਣੀ। ਤਾਜ਼ਾ ਅਫਗਾਨਿਸਤਾਨ ਜਾਂ ਤਾਲਿਬਾਨ ਵਾਲਾ ਇਸ਼ੂ ਲੈ ਲਵਾਂ ਤੇ ਵਿਚੋਲੀਏ ਦੀ ਭੂਮਿਕਾ ਬੜੀ ਚੰਗੀ ਨਿਭਾਉਂਦੇ ਹਨ। ਤਾਂ ਇਹੋ ਦੇ ਵਿੱਚ ਵਰਤਮਾਨ ਦੀ ਸਥਿਤੀ ਦੇ ਵਿੱਚ ਜਿਹੜੇ ਬਿਆਨ ਆ ਰਹੇ ਨੇ, ਕੀ ਲੱਗਦਾ ਇੱਥੇ UN ਵਧੀਆ ਵਿਚੋਲੀਏ ਦੀ ਭੂਮਿਕਾ ਨਿਭਾਏਗਾ? ਨਹੀਂ, ਇੱਥੇ ਐਕਚੁਅਲੀ ਕੀ ਹੈ ਕਿ UN ਦੇ ਹੱਥ ਪੱਲੇ ਕੁਝ ਨਹੀਂ ਹੈ, ਕਿਉਂਕਿ ਜੋ ਅਫਗਾਨਿਸਤਾਨ ਸੀ ਉਹਦੇ ਖਿਲਾਫ ਕੋਈ ਸੈਂਕਸ਼ਨ ਲਾ ਸਕਦੇ ਨੇ, ਲੀਬੀਆ ਦੇ ਖਿਲਾਫ ਲਾ ਸਕਦੇ ਨੇ, ਕਿ ਜਾਰਡਨ ਦੇ ਖਿਲਾਫ, ਕਿਉਂਕਿ ਉਸ ਤੇ ਸਾਰੇ ਕੰਟਰੀ ਇਕੱਠੇ ਹੁੰਦੇ ਨੇ। ਇੱਥੇ ਕੀ ਹੈ ਕਿ UN 'ਚ ਜਿਹੜੇ ਫਾਊਂਡਰ ਮੈਂਬਰ ਨੇ ਉਹਨਾਂ ਕੋਲ ਵੀਟੋ ਰਾਈਟਸ ਨੇ। ਰਸ਼ੀਆ ਔਰ ਚਾਈਨਾ ਕੋਲੇ ਵੀਟੋ ਰਾਈਟ ਨੇ। ਜੇ UN ਕੋਈ ਰਿਸਟ੍ਰਿਕਸ਼ਨ ਲਾਉਂਦਾ ਹੈ ਕਿ ਰਸ਼ੀਆ ਨੂੰ ਯੁੱਧ ਰੋਕ ਦੇਣਾ ਚਾਹੀਦਾ ਤੇ ਰਸ਼ੀਆ ਉਸ UN ਦੀ ਜੋ ਮੈਂਡੇਟ ਹੈ ਉਹਨੂੰ ਮੰਨਣ ਵਾਸਤੇ ਮਜਬੂਰ ਨਹੀਂ ਹੈ। ਔਰ ਜਦੋਂ ਮੰਨਣ ਵਾਸਤੇ ਮਜਬੂਰ ਨਹੀਂ ਹੈ ਤੇ UN ਦਾ ਜੋ ਫੈਸਲਾ ਹੈ ਜਾਂ ਕੋਈ ਰੋਕ ਲਾਈ ਹੈ ਉਹ ਬੇਮਾਨੀ ਹੋ ਜਾਂਦੀ ਹੈ ਔਰ ਉਸ ਦਾ ਕੋਈ ਅਸਰ ਰਹਿੰਦਾ ਨਹੀਂ ਹੈ। ਦੂਸਰੇ ਪਾਸੇ ਯੂਕਰੇਨ ਨੂੰ ਇੱਕ ਬੜੀ ਵੱਡੀ ਉਮੀਦ ਸੀ ਕਿ ਨੈਟੋ ਦੇ ਕੰਟਰੀਜ਼ ਉਸ ਦੀ ਹੈਲਪ ਤੇ ਆਉਣਗੇ, ਪਰ ਉਹ ਉਮੀਦ ਉਹਨਾਂ ਦੀ ਜਿਹੜੀ ਹੈ ਉਸ ਤੇ ਪਾਣੀ ਫਿਰ ਗਿਆ, ਕਿਉਂਕਿ ਨੈਟੋ ਦੇ ਕੰਟਰੀਜ਼ ਨੇ ਫਿਜ਼ੀਕਲੀ ਆਉਣ ਤੋਂ ਜਾਂ ਆਪਦੀ ਸੈਨਾ ਭੇਜਣ ਤੋਂ ਮਨਾ ਕਰਤਾ। ਅਮਰੀਕਾ ਵੀ ਇਸ ਵੇਲੇ ਨਹੀਂ ਚਾਹੁੰਦਾ ਵੀ ਇੱਕ ਡਾਇਰੈਕਟ ਵਾਰ 'ਚ ਇਨਵੋਲਵ ਹੋਵੇ, ਕਿਉਂਕਿ ਅਮਰੀਕਾ ਦੀ ਇਕਨੋਮੀ ਥੱਲੇ ਹੈ ਔਰ ਅਮਰੀਕਾ ਦੇ ਨਾ ਜੋ ਬਾਈਡਨ ਤੇ ਨਾ ਉਹਨਾਂ ਦੀ ਪਬਲਿਕ ਚਾਹੇਗੀ ਵੀ ਅਮਰੀਕਾ ਇੱਕ ਅਫਗਾਨਿਸਤਾਨ ਵਰਗੇ ਯੁੱਧ ਵਿੱਚ ਜਾ ਕੇ ਯੂਕਰੇਨ 'ਚ ਫਸ ਜਾਏ ਔਰ ਉੱਥੋਂ ਵਾਪਸ ਨਿਕਲਣਾ ਮੁਸ਼ਕਲ ਹੋ ਜਾਏ। ਇਸ ਕਰਕੇ ਉਹਨਾਂ ਨੇ ਧਮਕੀਆਂ ਤਾਂ ਬੜੀਆਂ ਦਿੱਤੀਆਂ ਨੇ, ਐਲਾਨ ਬੜੇ ਕੀਤੇ ਨੇ, ਪਰ ਫਿਜ਼ੀਕਲੀ ਨਹੀਂ ਆ ਰਹੇ ਔਰ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ। ਯੂਕਰੇਨ ਜੋ ਉਹਨਾਂ ਦੀ ਸ਼ਹਿ ਤੇ ਲੜ ਰਿਹਾ ਸੀ ਉਸ ਨੂੰ ਇੱਕ ਬੜਾ ਵੱਡਾ ਧੱਕਾ ਵੱਜਿਆ ਹੈ, ਕਿਉਂਕਿ ਮਸਲਾ ਹੀ ਉੱਥੋਂ ਸ਼ੁਰੂ ਹੋਇਆ ਕਿ ਯੂਕਰੇਨ ਜੋ ਹੈ ਉਹ ਨੈਟੋ ਕੰਟਰੀਜ਼ ਨੂੰ ਜੁਆਇਨ ਕਰਨਾ ਚਾਹੁੰਦਾ ਸੀ ਔਰ ਰਸ਼ੀਆ ਇਹ ਨਹੀਂ ਚਾਹੁੰਦਾ ਕਿ ਕੋਈ ਉਹਦਾ ਨੇਬਰਿੰਗ ਕੰਟਰੀ ਨੈਟੋ ਨਾਲ ਚਲਾ ਜਾਵੇ, ਤਾਂ ਕਿ ਨੈਟੋ ਦੀਆਂ ਸੈਨਾਵਾਂ, ਅਮਰੀਕਾ ਦੀਆਂ ਸੈਨਾਵਾਂ ਬਿਲਕੁਲ ਉਹਦੇ ਬਾਰਡਰਾਂ ਤੇ ਆ ਕੇ ਬੈਠ ਜਾਣ ਔਰ ਉਸ ਦੇ ਲਈ ਇੱਕ ਬੜਾ ਖਤਰਾ ਪੈਦਾ ਹੋ ਜਾਏ। ਇਸ ਕਰਕੇ ਇੱਕ ਬਫਰ ਸਟੇਟ ਜੋ ਹੈ ਰੱਖਣਾ ਚਾਹੁੰਦਾ ਹੈ ਰਸ਼ੀਆ, ਤਾਂ ਕਿ ਨੈਟੋ ਨੂੰ ਦੂਰ ਰੱਖਿਆ ਜਾਵੇ, ਨੈਟੋ ਦਾ ਪ੍ਰਭਾਵ ਉਸ ਇਲਾਕੇ ਤੇ ਨਾ ਪਵੇ, ਆਪਦਾ ਪ੍ਰਭਾਵ ਉਹ ਨਾਲ ਦੀਆਂ ਕੰਟਰੀਆਂ ਤੇ ਰੱਖੇ। ਪਰ ਨੈਟੋ ਦੀ ਸ਼ਹਿ ਤੇ ਜੋ ਇਹਨਾਂ ਨੇ ਯਾਨੀ ਆਪਦਾ ਕੋਸ਼ਿਸ਼ ਕੀਤੀ, ਪੰਗਾ ਲਿਆ, ਉਹ ਸ਼ਾਇਦ ਮਹਿੰਗਾ ਪੈ ਰਿਹਾ ਯੂਕਰੇਨ ਨੂੰ ਔਰ ਇਸ ਦਾ ਨੁਕਸਾਨ ਝੱਲਣਾ ਪਿਆ, ਕਿਉਂਕਿ ਨੈਟੋ ਜਿਸ ਤਰ੍ਹਾਂ ਕ੍ਰੀਮੀਆ ਦੇ ਕੇਸ 'ਚ ਹੋਇਆ ਸੀ 2014-15 'ਚ, ਉਸ ਚੀਜ਼ ਤੋਂ ਸਬਕ ਨਹੀਂ ਲਿਆ ਯੂਕਰੇਨ ਨੇ ਕਿ ਕ੍ਰੀਮੀਆ ਦੇ ਨਾਲ ਵੀ ਸਿਰਫ ਐਲਾਨ ਹੀ ਹੋਏ ਸੀ, ਨਾਲ ਨਹੀਂ ਖੜਿਆ ਸੀ ਔਰ ਅਖੀਰ ਰਸ਼ੀਆ ਨੇ ਕ੍ਰੀਮੀਆ ਤੇ ਕਬਜ਼ਾ ਕਰ ਲਿਆ ਸੀ। ਉਹੀ ਹਾਲਾਤ ਇੱਥੇ ਨੇ। ਰਸ਼ੀਆ ਬਹੁਤ ਵੱਡਾ ਕੰਟਰੀ ਹੈ, ਨਾਲ ਉਹਨੂੰ ਚਾਈਨਾ ਦੀ ਸਪੋਰਟ ਵੀ ਹੈ, ਇਸ ਕਰਕੇ ਯੂਕਰੇਨ ਜ਼ਿਆਦਾ ਦੇਰ ਟਿਕ ਨਹੀਂ ਸਕਦਾ। ਤੇ ਹੁਣ ਫਾਲਸ ਈਗੋ 'ਚ ਕਿ ਮੈਂ ਆਪਦੇ ਦੇਸ਼ ਦੀ ਰੱਖਿਆ ਕਰਨੀ ਹੈ, ਪਰ ਰੱਖਿਆ 'ਚ ਜੇ ਅਸੀਂ ਆਮ ਨਾਗਰਿਕਾਂ ਨੂੰ ਹਥਿਆਰ ਦੇ ਕੇ ਸੜਕਾਂ ਤੇ ਤੋਰ ਦਈਏ, ਉਹ ਟੈਂਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਜ਼ਿਆਦਾ ਬਰਬਾਦੀ ਹੋਏਗੀ। ਹਥਿਆਰਾਂ ਨਾਲ ਜੰਗ ਨਹੀਂ ਲੜੀ ਜਾਂਦੀ, ਜੰਗ ਟ੍ਰੇਨਿੰਗ ਨਾਲ ਲੜੀ ਜਾਂਦੀ ਹੈ। ਤੁਹਾਡੇ ਬੰਦੇ ਟ੍ਰੇਨ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਵੱਡੇ ਹਥਿਆਰ ਹੋਣੇ ਚਾਹੀਦੇ ਨੇ। ਟੈਂਕਾਂ, ਤੋਪਾਂ ਔਰ ਹਵਾਈ ਜਹਾਜ਼ਾਂ ਦੀ ਲੜਾਈਆਂ ਵਿੱਚ ਰਾਈਫਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਤੁਹਾਡੇ ਦੂਜੀ ਫੌਜ ਵੀ ਉਨੀ ਮਜ਼ਬੂਤ ਹੋਣੀ ਚਾਹੀਦੀ ਹੈ। ਇਸ ਕਰਕੇ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਹੈ। ਤੇ ਦੂਜੇ ਪਾਸੇ ਪਾਕਿਸਤਾਨ ਦੀ ਗੱਲ ਕਰ ਲਵਾਂ, ਕਿਉਂਕਿ ਜਦੋਂ ਇਹ ਜੰਗ ਛਿੜੀ ਰੂਸ ਦੇ ਵਿੱਚ ਮੌਜੂਦ ਸੀਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਹਨਾਂ ਦੀ ਉੱਥੇ ਮੌਜੂਦਗੀ ਕਿੱਥੇ ਨਾ ਕਿੱਥੇ ਸਵਾਲਾਂ ਦੇ ਕਟਹਿਰੇ 'ਚ ਕਿਵੇਂ ਕਿ ਦੇਖਦੇ ਹੋ ਕਿ ਵਿਵਾਦ ਇਹ ਤਾਂ ਨਹੀਂ ਕਿ ਭਾਰਤ ਦੇ ਸਰ ਵੈਸੇ ਵੀ ਜਦੋਂ ਪਾਕਿਸਤਾਨ ਕਿੱਥੇ ਵੀ ਜਾਵੇ ਤੇ ਭਾਰਤ ਦੇ ਸਰ ਠੀਕੜਾ ਫੋੜ ਦਿੰਦਾ ਕਿ ਇਹਨਾਂ ਨੇ ਇਹ ਕੁਝ ਕਰਤਾ। ਵੈਸੇ ਬੇਸ਼ੱਕ ਭੂ ਮਾਫੀਆ ਚੀਨ ਦੀ ਗੋਦੀ 'ਚ ਬੈਠਿਆ ਹੋਵੇ, ਲੇਕਿਨ ਕਿਵੇਂ ਦੇਖਦੇ ਹੋ ਉਹਨਾਂ ਦੀ ਉੱਥੇ ਮੌਜੂਦਗੀ ਨੂੰ? ਦੇਖੋ, ਪਾਕਿਸਤਾਨ ਵੀ ਰਸ਼ੀਆ ਨਾਲ ਰਿਲੇਸ਼ਨ ਆਪਦੇ ਸੁਧਾਰਨਾ ਚਾਹੁੰਦਾ ਹੈ, ਕਿਉਂਕਿ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਜੀ ਹੈ ਫਾਈਨੈਂਸ਼ੀਅਲ ਪ੍ਰੋਬਲਮ ਹੈ
ਹੁਣ ਤਾਲਿਬਾਨ ਵੀ ਉਹਦੇ ਬਰਾਬਰ ਆ ਗਏ ਨੇ। ਕੱਲ ਨੂੰ ਜੇ ਤਾਲਿਬਾਨ ਜ਼ਿਆਦਾ ਸਟਰੋਂਗ ਹੋ ਜਾਂਦੇ ਨੇ ਔਰ ਰਸ਼ੀਆ ਉਹ ਕਿਸੇ ਦੀ ਸਪੋਰਟ ਨਹੀਂ ਕਰਦਾ, ਤਾਲਿਬਾਨ ਨੂੰ ਖੁੱਲ੍ਹ ਮਿਲ ਜਾਂਦੀ ਹੈ, ਤੇ ਪਾਕਿਸਤਾਨ ਨੂੰ ਵੀ ਇਹ ਤਾਲਿਬਾਨ ਤੋਂ ਖਤਰਾ ਹੋ ਸਕਦਾ ਹੈ। ਇੱਕ ਪਾਸੇ ਇਮਰਾਨ ਖਾਨ ਸਾਰਿਆਂ ਨਾਲ ਆਪਣੇ ਰਿਲੇਸ਼ਨ ਬਣਾਉਣਾ ਚਾਹੁੰਦੇ ਨੇ ਵੀ ਕੱਲ ਨੂੰ ਜੇ ਤਾਲਿਬਾਨ ਜ਼ਿਆਦਾ ਸਟਰੋਂਗ ਹੋ ਸਕਦੇ ਨੇ, ਉਸ ਨੂੰ ਦੋ ਹੀ ਕੰਟਰੀ ਨੇ, ਜਾਂ ਅਮਰੀਕਾ ਜਾਂ ਰੂਸ, ਰੋਕ ਸਕਦੇ ਨੇ। ਪਹਿਲਾਂ ਅਮਰੀਕਾ ਉੱਥੋਂ ਛੱਡ ਕੇ ਚਲਾ ਗਿਆ ਤੇ ਅਮਰੀਕਾ ਦੀ ਵਾਪਸ ਆਉਣ ਦੀ ਉਮੀਦ ਨਹੀਂ ਹੈ। ਕੱਲ ਨੂੰ ਜੇ ਪਾਕਿਸਤਾਨ ਨੂੰ ਲੋੜ ਪਵੇ, ਜੇ ਰਸ਼ੀਆ ਕੁਝ ਮਦਦ ਕਰ ਸਕਦਾ ਤਾਲਿਬਾਨ ਦੇ ਅਗੇਂਸਟ, ਸ਼ਾਇਦ ਭਵਿੱਖ 'ਚ ਪਾਕਿਸਤਾਨ ਨੂੰ ਲੋੜ ਪਵੇ। ਇਸ ਕਰਕੇ ਉਹ ਆਪਣੇ ਰਿਲੇਸ਼ਨ ਉਹਨਾਂ ਨਾਲ ਇੰਪਰੂਵ ਕਰ ਰਹੇ ਨੇ। ਇਮਰਾਨ ਖਾਨ ਹਮੇਸ਼ਾ ਥੋੜਾ ਡਿਪਲੋਮੈਟਿਕਲੀ ਚੱਲਦੇ ਨੇ, ਉਹ ਉਹਨੇ ਅਗਰੈਸਿਵ ਬਿਆਨ ਨਹੀਂ ਦਿੰਦੇ, ਪਰ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਉਹ ਬਿਲਕੁਲ ਸਟੀਕ ਹੁੰਦੀ ਹੈ, ਔਰ ਉਹ ਆਪਦੇ ਤੈਅ ਕੀਤੇ ਹੋਏ ਮੁੱਦੇ ਤੇ ਗੱਲਬਾਤ ਅੱਗੇ ਵਧਾਉਂਦੇ ਨੇ ਬਿਨਾਂ ਕਿਸੇ ਹੱਲੇ ਗੁੱਲੇ ਤੋਂ। ਨਹੀਂ, ਉਹਨਾਂ ਨੇ ਰੂਸ ਜਾਣ ਤੋਂ ਪਹਿਲਾਂ ਇੱਕ ਬਿਆਨ ਦਿੱਤਾ ਸੀ, ਤੁਹਾਨੂੰ ਵੀ ਯਾਦ ਹੋਏਗਾ, ਕਿ ਕਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੈਂ ਡਿਬੇਟ ਦਾ ਸੱਦਾ ਦਿੰਦਾ ਟੀਵੀ ਚੈਨਲਾਂ ਤੇ। ਦੇਖੋ ਇਹ ਡਿਬੇਟ ਜਾ ਦੇ ਕੇ ਸੱਦੇ ਆਪਾਂ ਵੀ ਦੇਖਦੇ ਹਾਂ ਵੀ ਪੋਲੀਟੀਸ਼ੀਅਨ ਵੀ ਇੱਕ ਦੂਜੇ ਨੂੰ ਦਿੰਦੇ ਰਹਿੰਦੇ ਨੇ, ਇੱਕ ਸੱਦਾ ਦਿੰਦਾ, ਦੂਜਾ ਮੁੱਕਰ ਜਾਂਦਾ ਤੇ ਦੂਜਾ ਬਾਅਦ ਚ ਦਿੰਦਾ। ਇਸੇ ਤਰ੍ਹਾਂ ਜੋ ਇੰਟਰਨੈਸ਼ਨਲ ਲੀਡਰ ਨੇ ਸੱਦੇ ਦਿੰਦੇ ਨੇ ਡਿਬੇਟ ਤੇ, ਡਿਬੇਟ ਕਿਸੇ ਨੇ ਨਹੀਂ ਕਰਨੀ ਹੁੰਦੀ। ਇਹ ਸਿਰਫ ਇੱਕ ਦੂਜੇ ਨੂੰ ਚੈਲੰਜ ਕਰਨ ਵਾਲੀ ਗੱਲ ਹੁੰਦੀ ਹੈ। ਜਦੋਂ ਡਿਬੇਟ ਕਰਨ ਦਾ ਮੌਕਾ ਵੀ ਆਉਂਦਾ ਹੈ ਤੇ ਇਸ਼ੂ ਸਪੈਸੀਫਿਕ ਹੋ ਜਾਂਦੇ ਨੇ ਕਿ ਅਸੀਂ ਇਸ ਮਸਲੇ ਤੇ ਗੱਲ ਨਹੀਂ ਕਰਦੇ। ਹੁਣ ਜੇ ਪਾਕਿਸਤਾਨ ਨੂੰ ਕਿਸੇ ਵੀ ਗੱਲ ਤੇ ਲਿਆਓਗੇ, ਉਹ ਕਹਿੰਦੇ ਅਸੀਂ ਕਸ਼ਮੀਰ ਦਾ ਮਸਲਾ ਵਿੱਚ ਇਨਵੋਲਵ ਕਰੇ ਤੋਂ ਬਿਨਾਂ ਗੱਲ ਨਹੀਂ ਕਰਨੀ, ਔਰ ਭਾਰਤ ਕਹੇਗਾ ਵੀ ਤੁਸੀਂ ਕਸ਼ਮੀਰ ਨੂੰ ਛੱਡ ਕੇ ਆਪਾਂ ਗੱਲ ਕਰ ਲੈਂਦੇ ਆ। ਤੇ ਇਸ ਕਰਕੇ ਗੱਲਬਾਤ ਜਾਂ ਡਿਬੇਟ ਕਦੇ ਵੀ ਨਹੀਂ ਹੋਏਗੀ। ਹਾਂ, ਵੈਸੇ ਵੀ ਪਾਕਿਸਤਾਨ ਦੇ ਜੇਕਰ ਗੱਲ ਕਰੀਏ ਤਾਂ ਜੀਡੀਪੀ ਦੇ ਹਾਲਾਤ ਕੀ ਕੁਛ ਨੇ, ਤਾਲਿਬਾਨ ਅਪ ਜਾ ਰਿਹਾ ਕਿਤੇ ਨਾ ਕਿਤੇ। ਵੈਸੇ ਤਾਲਿਬਾਨ ਵੀ ਸਲਾਹ ਦਿੰਦਾ ਨਜ਼ਰ ਆਇਆ ਦਰਸ਼ਨ ਸਾਹਿਬ ਕਿ ਰੂਸ ਨੂੰ ਕਿ ਇਸ ਮਸਲੇ ਦਾ ਹੱਲ ਕੀਤਾ ਗੱਲ ਹੈ। ਜੋ ਜਿਸਨੇ ਆਪਦੇ ਮੁਲਕ ਚ ਕਬਜ਼ਾ ਧੱਕੇ ਨਾਲ ਕੀਤਾ ਹੋਵੇ, ਧੱਕੇ ਨਾਲ ਸਾਰੀ ਉੱਥੇ ਜਿਹੜੀ ਡੈਮੋਕ੍ਰੇਸੀ ਹੈ ਖਤਮ ਕਰਤੀ ਹੋਵੇ, ਟੀਵੀ ਸਟੇਸ਼ਨ ਖਤਮ ਹੋਏ, ਲੋਕਾਂ ਦੇ ਬੁਰਕੇ ਪਵਾਤੇ ਹੋਣ, ਤੇ ਸਾਰਾ ਕੁਝ ਜਿਹੜਾ ਤਾਲਿਬਾਨੀ ਖਿਆਲਾਤ ਉੱਥੇ ਪੁਰਾਣੇ ਜ਼ਮਾਨੇ ਦੇ ਲਾਗੂ ਕਰਤੇ ਹੋਣ, ਔਰਤਾਂ ਦਾ ਬਾਹਰ ਨਿਕਲਣਾ ਬੰਦ ਕਰਤਾ ਹੋਵੇ, ਉਹਨਾਂ ਨੂੰ ਨੌਕਰੀਆਂ ਚੋਂ ਬੰਦ ਕਰਤਾ ਹੋਵੇ, ਉਹ ਜਾ ਕੇ ਯੂਕਰੇਨ 'ਚ ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਤੇ ਦੋਨੇ ਮੁਲਕਾਂ ਨੂੰ ਅਪੀਲ ਕਰ ਰਿਹਾ ਕਿ ਸ਼ਾਂਤੀ ਰੱਖੋ। ਕਿੰਨੀ ਕੁ ਸ਼ਾਂਤੀ ਉਹਨਾਂ ਨੇ ਬਣਾਈ ਹੈ, ਔਰ ਕਿਸ ਤਰ੍ਹਾਂ ਆਪਾਂ ਤਸਵੀਰਾਂ ਦੇਖੀਆਂ, ਲੋਕ ਜਹਾਜ਼ਾਂ ਨਾਲ ਲਟਕ ਕੇ ਭੱਜ ਰਹੇ ਸੀ। ਤੇ ਜੇ ਇਹ ਸ਼ਾਂਤੀ ਦਾ ਸੰਦੇਸ਼ ਪਹਿਲਾਂ ਅਫਗਾਨਿਸਤਾਨ 'ਚ ਲਾਗੂ ਕਰ ਲੈਂਦੇ ਤੇ ਸ਼ਾਇਦ ਅਫਗਾਨਿਸਤਾਨ ਦੀ ਹਾਲਤ ਇਸ ਤੋਂ ਬੈਟਰ ਹੁੰਦੀ। ਹਾਂ, ਤੇ ਦੂਜੇ ਪਾਸੇ ਹੁਣ ਬੜਾ ਅਹਿਮ ਸਵਾਲ ਇੱਕ ਲਊਂਗਾ, ਲਾਸਟ ਸਵਾਲ ਲਊਂਗਾ। ਭਾਰਤ ਦੇ ਪ੍ਰਧਾਨ ਮੰਤਰੀ ਵੈਸੇ ਤਾਂ ਅਮਰੀਕਾ ਨਾਲ ਵੀ ਚੰਗੇ ਸੰਬੰਧ ਨੇ, ਪੁਤਿਨ ਨਾਲ ਵੀ ਜਾਂ ਹੋਰ ਵੀ ਵੱਖ-ਵੱਖ ਮੁਲਕਾਂ ਨਾਲ, ਲੇਕਿਨ ਇਹੋ ਦੇ ਵਿੱਚ ਉਹਨਾਂ ਨੂੰ ਕੀ ਕਦਮ ਚੱਕਣਾ ਚਾਹੀਦਾ? ਰੂਸ ਵਾਲੇ ਪਾਸੇ ਸਹਿਯੋਗ ਦੇਣਾ ਚਾਹੀਦਾ, ਤਾਕਤਵਰ ਮੁਲਕ ਹੈ, ਜਾਂ ਇਸ ਵਕਤ ਜਿਹੜੀ ਆਪਣੇ ਹੱਕ ਦੀ ਲੜਾਈ ਲੜ ਰਿਹਾ ਯੂਕਰੇਨ ਉਹਦੇ ਪਾਸੇ? ਦੇਖੋ ਸਾਡੇ ਜੋ ਰਿਲੇਸ਼ਨ ਨੇ ਭਾਰਤ ਦੇ ਦੋਨੇ ਕੰਟਰੀਆਂ ਨਾਲ ਚੰਗੇ ਨੇ, ਯੂਕਰੇਨ ਨਾਲ ਵੀ, ਰਸ਼ੀਆ ਨਾਲ ਵੀ, ਖਾਸ ਕਰ ਜੋ ਯੂਰਪੀय ਸੰਘ ਨਾਲ ਵੀ ਚੰਗੇ ਨੇ। ਸਾਨੂੰ ਜੇ ਅਸੀਂ ਇੱਕ ਕੰਟਰੀ ਦਾ ਪੱਖ ਲੈਨੇ ਆ, ਦੋਨੇ ਪਾਸੇ ਨੁਕਸਾਨ ਹੈ। ਕਿਉਂਕਿ ਹੁਣ ਜੇ ਆਪਾਂ ਲਾਈਏ ਤਕਰੀਬਨ 125 ਕਰੋੜ ਦੀ ਐਕਸਪੋਰਟ ਯੂਕਰੇਨ ਨੂੰ ਹੈ ਪੰਜਾਬ ਚੋਂ, ਤੇ 350 ਕਰੋੜ ਦੀ ਰਸ਼ੀਆ ਨੂੰ ਹੈ। 500 ਕਰੋੜ ਦੀ ਐਕਸਪੋਰਟ ਜਿਹੜੀ ਹੈ ਸਿਰਫ ਇਹ ਦੋ ਕੰਟਰੀਆਂ ਨੂੰ, ਸਿਰਫ ਪੰਜਾਬ ਚੋਂ ਹੈ। ਹੋ ਸਕਦਾ ਹਿੰਦੁਸਤਾਨ ਚੋਂ 4-5 ਹਜ਼ਾਰ ਕਰੋੜ ਦੀ ਐਕਸਪੋਰਟ ਹੋਵੇ। ਤੇ ਜੇ ਅਸੀਂ ਕਿਸੇ ਇੱਕ ਦਾ ਪੱਖ ਲਵਾਂਗੇ ਤੇ ਕੱਲ ਨੂੰ ਸਾਡੇ ਨਾਲ ਫਿਰ ਦੂਸਰੀ ਪਾਰਟੀ ਨਹੀਂ ਖੜੇਗੀ, ਉਹ ਜ਼ਾਹਿਰ ਹੈ। ਅੱਜ ਜੇ ਅਸੀਂ ਯੂਕਰੇਨ ਦੀ ਸਪੋਰਟ ਕਰਦੇ ਹਾਂ ਤੇ ਚਾਈਨਾ ਰਸ਼ੀਆ ਦੇ ਨਾਲ ਹੈ। ਕੱਲ ਨੂੰ ਚਾਈਨਾ ਦੇ ਨਾਲ ਜਦੋਂ ਸਾਡਾ ਕੌਨਫਲਿਕਟ ਹੈ ਤੇ ਹੋ ਸਕਦਾ ਰਸ਼ੀਆ ਸਾਡੇ ਨਾਲ ਨਾ ਖੜੇ। ਇਸ ਲਈ ਜੇ ਅਸੀਂ ਯੂਕਰੇਨ ਨੂੰ ਛੱਡ ਕੇ ਰਸ਼ੀਆ ਦੀ ਸਪੋਰਟ ਲੈਂਦੇ ਹਾਂ ਓਪਨਲੀ, ਤੇ ਨੈਟੋ ਵਾਲੇ ਕੰਟਰੀ ਜਿਸ ਤਰ੍ਹਾਂ ਆਪਾਂ ਅਮਰੀਕਾ ਨਾਲ ਆਪਣੇ ਰਿਲੇਸ਼ਨ ਸੁਧਾਰ ਰਹੇ ਹਾਂ, ਕਾਫੀ ਡਿਫੈਂਸ ਇਕਵਿਪਮੈਂਟ ਹੁਣ ਅਮਰੀਕਾ ਤੋਂ ਆ ਰਿਹਾ ਹੈ, ਤੇ ਹੋ ਸਕਦਾ ਸਾਡੇ ਰਿਲੇਸ਼ਨ ਉਧਰ ਵਿਗੜ ਜਾਣ। ਇਸ ਕਰਕੇ ਸਮਝਦਾਰੀ ਇਸੇ 'ਚ ਹੈ ਵੀ ਆਪਾਂ ਸਿਰਫ ਨਿਊਟਰਲ ਰਹੀਏ, ਜਿਸ ਤਰ੍ਹਾਂ ਕਿ ਪਹਿਲਾਂ ਵੀ 1981 'ਚ ਅਫਗਾਨਿਸਤਾਨ ਦਾ ਮਸਲਾ ਸੀ, ਇੰਦਰਾ ਗਾਂਧੀ ਸੀ, ਫਿਰ ਹੋਰ ਵੀ ਕਈ ਕੰਟਰੀਆਂ ਦੇ ਹੋਏ ਨੇ ਜਿੱਥੇ ਸਾਨੂੰ ਇਨਵੋਲਵ ਨਹੀਂ ਹੋਣਾ ਚਾਹੀਦਾ। ਇਹ ਇੱਕ ਡਿਪਲੋਮੈਸੀ ਦੀ ਪਰਖ ਹੈ ਇਸ ਵੇਲੇ ਵੀ ਸਾਨੂੰ ਨਿਊਟਰਲ ਹੀ ਰਹਿਣਾ ਚਾਹੀਦਾ ਹੈ। ਸਾਨੂੰ ਕਿਸੇ ਦੇ ਵੀ ਪੱਖ ਕਰਨ 'ਚ ਸਾਨੂੰ ਐਜ਼ ਅ ਕੰਟਰੀ ਫਿਊਚਰ 'ਚ ਨੁਕਸਾਨ ਹੋ ਸਕਦਾ। ਅੱਛਾ, ਤੇ ਜਿਹੜੀ ਹੁਣ ਪੁਤਿਨ ਤੇ ਜ਼ੈਲੈਂਸਕੀ ਦੀ ਜਿਹੜੀ ਮੀਟਿੰਗ ਦੀ ਗੱਲ ਸਾਹਮਣੇ ਆ ਰਹੀ ਹੈ, ਤਾਂ ਕੀ ਲੱਗਦਾ ਮੀਟਿੰਗ ਚੰਗੇ ਪਾਸੇ ਸਿਰੇ ਚੜ ਜਾਏਗੀ? ਦੇਖੋ ਮੀਟਿੰਗ ਤਾਂ ਕਰਨੀ ਚਾਹੀਦੀ ਹੈ। ਈਵਨ ਕਿ ਜੰਗ ਜਦੋਂ ਚੱਲਦੀ ਹੈ ਮੀਟਿੰਗਾਂ ਉਦੋਂ ਵੀ ਹੁੰਦੀਆਂ, ਸੈਕੰਡ ਵਰਲਡ ਵਾਰ 'ਚ ਵੀ ਹੁੰਦੀਆਂ, ਜੰਗ ਤੋਂ ਬਾਅਦ ਵੀ ਮੀਟਿੰਗਾਂ ਹੁੰਦੀਆਂ। ਟੇਬਲਾਂ ਤੇ ਬੈਠ ਕੇ ਮੀਟਿੰਗਾਂ ਤਾਂ ਹੋਣੀਆਂ ਨੇ। ਹੁਣ ਜੇ ਪਹਿਲਾਂ ਮੀਟਿੰਗ ਹੋ ਜਾਂਦੀ ਹੈ, ਹੁਣ ਰਸ਼ੀਆ ਦਾ ਏਜੰਡਾ ਇਹੀ ਹੈ ਵੀ ਉੱਥੇ ਆਪਦੇ ਪੱਖੀ ਇੱਕ ਸਰਕਾਰ ਬਿਠਾਈ ਜਾਵੇ, ਔਰ ਜਿਸ ਤਰ੍ਹਾਂ ਬਾਹਰੋਂ ਜੋ ਨੈਟੋ 'ਚ ਨਾ ਜਾਣ ਤੇ ਨੈਟੋ ਨਾਲੋਂ ਜੇ ਸੰਬੰਧ ਟੁੱਟ ਜਾਣ ਤੇ ਰਸ਼ੀਆ ਨੂੰ ਕੋਈ ਪ੍ਰੋਬਲਮ ਨਹੀਂ ਹੈ। ਰਸ਼ੀਆ ਨੇ ਆਪ ਡਿਕਲੇਅਰ ਕਰਤਾ ਵੀ ਅਸੀਂ, ਸਾਡਾ ਕਬਜ਼ਾ ਕਰਨ ਦਾ ਕੋਈ ਮੰਤਵ ਨਹੀਂ ਹੈ, ਅਸੀਂ ਇਹਨੂੰ ਇੰਡੀਪੈਂਡੈਂਟ ਡਿਕਲੇਅਰ ਕਰਾਂਗੇ। ਤੇ ਪਰ ਸਰਕਾਰ ਰਸ਼ੀਆ ਚਾਹੁੰਦਾ ਆਪਣੇ ਪੱਖੀ।
ਹੁਣ ਹੂੰ। ਯੂਕਰੇਨ ਦੇ ਜੋ ਰਾਸ਼ਟਰਪਤੀ ਨੇ ਤੇ ਉਹ ਕਿੱਥੇ ਤੱਕ ਸਫਲ ਹੁੰਦੇ ਨੇ ਵੀ ਉਹ ਗੱਦੀ 'ਚ ਰਹਿ ਕੇ ਰਸ਼ੀਆ ਨੂੰ ਮਨਾ ਲੈਣ, ਜਾਂ ਉਹ ਗੱਦੀ ਛੱਡਣ ਨੂੰ ਰਸ਼ੀਆ ਉਹਨਾਂ ਨੂੰ ਮਨਾ ਲਵੇ, ਤੇ ਉਸ ਦੇ ਬਾਅਦ ਹੀ ਕੋਈ ਸੋਲੂਸ਼ਨ ਹੋਏਗਾ ਜੋ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕੱਲ ਤੱਕ ਕੁਝ ਨਾ ਕੁਝ ਆਊਟਕਮ ਨਿਕਲ ਆਏਗਾ। ਚਲੋ ਅਸੀਂ ਵੀ ਕੱਲ ਦੇ ਉਮੀਦ 'ਚ ਬੈਠੇ ਹਾਂ ਕਿ ਚੰਗਾ ਕੋਈ ਉੱਥੋਂ ਸਕਾਰਾਤਮਕ ਖਬਰ ਆਵੇ, ਕਿਉਂਕਿ ਹਰ ਕੋਈ ਚੰਗੇ ਦੀ ਉਮੀਦ 'ਚ ਹੀ ਬੈਠਾ। ਪੰਜਾਬ ਦੇ ਵਿੱਚ ਬੈਠੇ ਜਿਹੜੇ ਆਪਣੇ ਘਰ ਪੁੱਤਾਂ ਦੀ, ਧੀਆਂ ਦੀ ਉਡੀਕ ਕਰ ਰਹੇ ਹਨ, ਆਪਣਿਆਂ ਦੀ ਉਡੀਕ ਕਰ ਰਹੇ ਹਨ, ਜਾਂ ਮੁਲਕ ਭਰ ਦੇ ਵਿੱਚ ਕਰ ਰਹੇ ਹਨ, ਤੇ ਅਸੀਂ ਵੀ ਚੰਗੇ ਦੀ ਉਡੀਕ ਦੇ ਵਿੱਚ ਇੰਤਜ਼ਾਰ 'ਚ ਬੈਠੇ ਹਾਂ। ਤੇ ਸਾਡੇ ਨਾਲ ਗੱਲਬਾਤ ਕਰਨ ਲਈ ਢਿੱਲੋਂ ਸਾਹਿਬ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।